ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ, ਲੋਕ ਪਰਲੋਕ ਸਹਾਏ, ਹਾਜ਼ਰ ਨਾਜ਼ਰ ਵਾਲੀਏ ਕੁਲ ਆਲਮ। ਦੋ ਜਹਾਂ ਮਾਲਕ ਗੱਦੀ ਤੇ ਬਿਰਾਜਮਾਨ, ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਆਏ। ਮੁੱਖ ਵਾਕ ਦੇ ਅੱਖਰੀ ਵਿਚਾਰ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਤੇ ਅੱਖਰੀ ਅਰਥ ਇਸ ਪ੍ਰਕਾਰ ਹਨ ਜੀ। ਅੱਜ ਦੇ ਪਾਵਨ ਹੁਕਮ, ਅੱਜ ਦੇ ਪਾਵਨ ਮੁੱਖ ਵਾਕ। ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਤਿੰਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਧਨਾਸਰੀ ਰਾਗ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਪਾਵਨ ਅੰਗ 660 ਦੇ ਉੱਪਰ ਸੁਭਾਏਮਾਨ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਮੂਹ ਸੰਗਤਾਂ ਆਪਣੀਆਂ ਹਾਜ਼ਰੀਆਂ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਗਾਓ। ਹੱਥ ਜੋੜੋ, ਮਸਤਕ ਝੁਕਾਓ, ਗੱਜ ਕੇ ਫਤਿਹ ਬੁਲਾਓ ਜੀ, ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਪ੍ਰਵਾਨ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਬਿਰਤੀਆਂ ਇਕਾਗਰ ਚਿੱਤ ਕਰੋ। ਆਪਾਂ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਨਾਲ ਅੱਜ ਦੇ ਪਾਵਨ ਮੁੱਖ ਵਾਕ ਦੇ ਸ਼ਬਦੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪਹਿਲਾ। ਘਰ ਪਹਿਲਾ ਚੌਪਦੇ, ਧਨਾਸਰੀ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ। ਧਨਾਸਰੀ ਰਾਗ ਦੇ ਅੰਦਰ ਪਹਿਲੇ ਘਰ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਤਿੰਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਚੌਪਦੇ, ਭਾਵ 4 ਬੰਦਾਂ ਵਾਲੀ ਬਾਣੀ। ਸਾਧ ਸੰਗਤ ਜੀ, ਅੱਜ ਦੇ ਪਾਵਨ ਹੁਕਮ ਦੇ, ਅੱਜ ਦੇ ਪਾਵਨ ਉਪਦੇਸ਼ ਦੇ 4 ਬੰਦ ਨੇ। ਮੇਰੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਹੀ ਸਾਨੂੰ ਸਮਝਾਉਣਾ ਕਰਦੇ ਨੇ ਕਿ ਭਾਈ, ਇਸ ਸ਼ਬਦ ਦੀ
ਸ਼ਬਦ ਦੇ ਦੋ ਚਾਰ ਬੰਦ ਨੇ। ਇਹ ਸ਼ਬਦ ਚਾਰ ਬੰਦਾਂ ਦੇ ਵਿੱਚ ਦਰਜ ਹੈ, ਚਾਰ ਬੰਦਾਂ ਵਾਲੀ ਬਾਣੀ ਹੈ। ਔਰ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਮੰਗਲਾ ਉਚਾਰਨ ਕਰ ਰਹੇ ਨੇ। ਕਰੋ ਪਿਆਰ ਦੇ ਨਾਲ ਸਰਵਣ ਤੇ ਹਿਰਦੇ ਘਰ ਦੇ ਵਿੱਚ ਜਪੋ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ਹੋਂਦ ਵਾਲਾ ਹੈ। ਕਰਤਾ ਪੁਰਖ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਦੇ ਵਿੱਚ ਵਿਆਪਕ ਹੈ। ਨਿਰਭਉ ਜੋ ਭੈ ਤੋਂ ਰਹਿਤ ਹੈ। ਨਿਰਵੈਰ ਜੋ ਵੈਰ ਤੋਂ ਰਹਿਤ ਹੈ। ਆਕਾਲ ਮੂਰਤ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, ਭਾਵ ਜਿਸ ਦਾ ਸਰੀਰ ਨਾਸ ਰਹਿਤ ਹੈ। ਆਜੂਨੀ ਜੋ ਜੂਨਾਂ ਵਿੱਚ ਨਹੀਂ ਆਉਂਦਾ। ਸੈਭੰ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ। ਗੁਰ ਪ੍ਰਸਾਦ ਜੋ ਸਤਿਗੁਰੂ ਦੀ ਕਿਰਪਾ ਰਹਿਮਤ ਬਖਸ਼ਿਸ਼ ਦੇ ਸਦਕਾ ਮਿਲਦਾ ਹੈ। ਜਿਉ ਡਰਤ ਹੈ ਆਪਨ ਕੈਸਿਉ ਕਰੀ ਪੁਕਾਰ। ਜਿਉ ਡਰਤ ਹੈ ਆਪਨਾ ਕੈਸਿਉ ਕਰੀ ਪੁਕਾਰ। ਜਿਉ ਕਹਿੰਦੇ ਨੇ ਜਿੰਦ ਨੂੰ, ਕੈਸਿਉ ਕਿਸ ਪਾਸ ਕਰੀ ਮੈਂ ਕਰਾਂ। ਜਗਤ ਦੁੱਖਾਂ ਦਾ ਸਮੁੰਦਰ ਹੈ। ਇਹ ਸੰਸਾਰ ਦੁੱਖਾਂ ਦਾ ਸਮੁੰਦਰ ਹੈ। ਇਹਨਾਂ ਦੁੱਖਾਂ ਨੂੰ ਵੇਖ ਕੇ ਮੇਰੀ ਜਿੰਦ ਕੰਬਦੀ ਹੈ। ਇਹਨਾਂ ਦੁੱਖਾਂ ਨੂੰ ਵੇਖ ਕੇ ਮੇਰੀ ਜਿੰਦ ਕੰਬਦੀ ਹੈ। ਪਰਮਾਤਮਾ ਤੋਂ ਬਿਨਾਂ ਹੋਰ ਕੋਈ ਬਚਾਉਣ ਵਾਲਾ ਦਿਸਦਾ ਨਹੀਂ, ਜਿਸ ਦੇ ਪਾਸ ਮੈਂ ਮਿੰਨਤ ਕਰਾਂ। ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ, ਉਸ ਪਰਮ ਪਿਤਾ ਪਰਮਾਤਮਾ ਤੋਂ ਬਗੈਰ ਹੋਰ ਕੋਈ ਬਚਾਉਣ ਵਾਲਾ ਦਿਸਦਾ ਨਹੀਂ, ਜਿਸ ਦੇ ਪਾਸ ਮੈਂ ਜਾ ਕੇ ਮਿੰਨਤ ਕਰਾਂ। ਕਿਉਂਕਿ ਇਹ ਸੰਸਾਰ ਦੁੱਖਾਂ ਦਾ ਸਮੁੰਦਰ ਹੈ। ਇਹਨਾਂ ਦੁੱਖਾਂ ਨੂੰ ਵੇਖ ਕੇ ਮੇਰੀ ਜਿੰਦ ਕੰਬਦੀ ਹੈ। ਤੇ ਸਾਧ ਸੰਗਤ ਜੀ, ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਕੋਈ ਆਪਣਾ ਬਚਾਉਣ ਵਾਲਾ ਦਿਸਦਾ ਨਹੀਂ। ਤੇ ਕਿਸ ਦੇ ਪਾਸ ਜਾ ਕੇ ਮੈਂ ਮਿੰਨਤ ਕਰਾਂ। ਆਪਣਾ ਤੋਂ ਭਾਵ ਸਵੈ ਦਾ, ਆਪ ਦਾ। ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਆਪੇ ਸਤਿਗੁਰ ਮੇਲ ਸੁਖ ਦੇਵੈ ਆਪਣਾ ਸੇਵਕ ਆਪ ਹਰ ਭਾਵੈ। ਆਪਣਿਆਂ ਸੰਤਾਂ ਨੂੰ ਆਪ ਸਹਾਈ ਪ੍ਰਭ ਭਰਮ ਭੁਲਾਵਾ ਲਾਹਿਆ ਜੀਉ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਸੰਸਾਰ ਨੂੰ ਪਾਤਸ਼ਾਹ ਨੇ ਕੀ ਕਿਹਾ ਹੈ? ਸਾਧ ਸੰਗਤ ਜੀ, ਦੁੱਖਾਂ ਦਾ ਸਮੁੰਦਰ। ਇਹ ਅਟੱਲ ਸੱਚਾਈ ਆ ਸਾਧ ਸੰਗਤ ਜੀ। ਕਿਉਂਕਿ ਨਾਮ ਦਾ ਪ੍ਰਕਾਸ਼ ਹੈ, ਜਿਹੜਾ ਨਾਮ ਦਾ ਪ੍ਰਤਾਪ ਆ, ਉਹ ਘਟਦਾ ਜਾਂਦਾ ਹੈ ਤੇ ਕਲਯੁੱਗ ਦਾ ਪ੍ਰਕੋਪ ਵੱਧਦਾ ਜਾਂਦਾ। ਉਹਦਾ ਕਾਰਨ ਪਤਾ ਕੀ ਹੈ? ਉਹਦਾ ਕਾਰਨ ਹੈ ਆਪਾਂ ਸਿਮਰਨ ਭਜਨ ਬੰਦਗੀ ਸਿਫਤ ਸਲਾਹ ਤੋਂ ਪਾਸਾ ਵੱਟਦੇ ਜਾਂਦੇ ਹਾਂ। ਗੁਰੂ ਦੇ ਉਪਦੇਸ਼ ਨੂੰ ਵਿਸਾਰਦੇ ਜਾਂਦੇ ਹਾਂ, ਜਿਸ ਕਰਕੇ ਇਹ ਸਭ ਕੁਝ ਹੋ ਰਿਹਾ ਹੈ। ਤੇ ਪਰਮਾਤਮਾ ਤੋਂ ਬਗੈਰ ਹੋਰ ਕੋਈ ਬਚਾ ਵੀ ਨਹੀਂ ਸਕਦਾ। ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਰਹਿਮਤ ਬਖਸ਼ਿਸ਼ ਹੋਵੇਗੀ, ਤਦੋਂ ਹੀ ਆਪਾਂ ਇਸ ਦੁੱਖਾਂ ਦੇ ਸਮੁੰਦਰ ਦੇ ਵਿੱਚ ਬਚ ਸਕਦੇ ਹਾਂ।
ਤੇ ਅਗਲੀ ਪੰਕਤੀ 'ਚ ਪਾਤਸ਼ਾਹ ਨੇ ਸਪਸ਼ਟ ਕਰ ਦਿੱਤਾ ਹੈ ਕਿ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਦੁਖ ਵਿਸਾਰਨ ਕਹਿੰਦੇ ਨੇ ਦੁੱਖਾਂ ਨੂੰ ਦੂਰ ਕਰਨ ਵਾਲਾ ਪ੍ਰਭੂ। ਸੇਵਿਆ ਮੈਂ ਸਿਮਰਿਆ। ਸੋ ਹੋਰ ਸਾਰੇ ਆਸਰੇ ਛੱਡ ਕੇ ਜਿਹੜੇ ਅਸੀਂ ਤੱਕਦੇ ਫਿਰਦੇ ਆ ਨਾ ਆਸੇ ਪਾਸੇ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਛੱਡ ਕੇ ਜਿਹੜੇ ਅਸੀਂ ਹੋਰ ਆਸਰੇ ਤੱਕਦੇ ਫਿਰਦੇ ਆ, ਪਾਤਸ਼ਾਹ ਕਹਿੰਦੇ ਨੇ ਹੋਰ ਸਾਰੇ ਆਸਰੇ ਛੱਡ ਕੇ ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਸਿਮਰਦਾ ਹਾਂ। ਉਹ ਸਦਾ ਹੀ ਬਖਸ਼ਿਸ਼ਾਂ ਕਰਨ ਵਾਲਾ ਹੈ, ਉਹ ਸਦਾ ਹੀ ਰਹਿਮਤਾਂ ਕਰਨ ਵਾਲਾ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਰਹਾਉ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਨੀਤ ਕਹਿੰਦੇ ਨੇ ਨਿਤ, ਨਵਾਂ ਭਾਵ ਦਾਤਾਂ ਦੇ ਦੇ ਕੇ ਅੱਕਣ ਵਾਲਾ ਨਹੀਂ, ਦਾਤਾਰ ਦਾਤਾਂ ਦੇਣ ਵਾਲਾ। ਫਿਰ ਉਹ ਮੇਰਾ ਮਾਲਕ ਸਦਾ ਹੀ ਬਖਸ਼ਿਸ਼ਾਂ ਤਾਂ ਕਰਦਾ ਰਹਿੰਦਾ ਏ, ਪਰ ਉਹ ਮੇਰੇ ਨਿਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ ਬਖਸ਼ਿਸ਼ਾਂ ਦੇ ਵਿੱਚ। ਨਿਤ ਇਉਂ ਹੀ ਪਹਿਲੀ ਵਾਰ ਬਖਸ਼ਿਸ਼ ਕਰਨ ਲੱਗਾ ਏ, ਨਿਤ ਇਉਂ ਹੀ ਕਰਦਾ ਏ ਜਿਵੇਂ ਅੱਜ ਪਹਿਲੀ ਵਾਰ ਬਖਸ਼ਿਸ਼ ਕਰਨ ਲੱਗਾ ਏ। ਇੱਥੇ ਪਾਤਸ਼ਾਹ ਰਹਾਉ ਭਾਵ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਹਨ। ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਅਨ ਦਿਨ ਕਹਿੰਦੇ ਨੇ ਹਰ ਰੋਜ਼ ਨੂੰ, ਸਦਾ ਨੂੰ, ਅੰਤ ਆਖਰ ਨੂੰ। ਹੈ ਮੇਰੀ ਜਿੰਦੇ, ਹਰ ਰੋਜ਼ ਉਸ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ। ਦੁੱਖਾਂ ਵਿੱਚੋਂ ਆਖਰ ਉਹੀ ਬਚਾਉਂਦਾ ਹੈ। ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਅਨ ਦਿਨ ਕਹਿੰਦੇ ਨੇ ਹਰ ਰੋਜ਼ ਨੂੰ, ਨਿਤ ਪ੍ਰਤੀ। ਅਨ ਦਿਨ ਭਗਤੀ ਰਤਿਆਂ ਮਨ ਤਨ ਨਿਰਮਲ ਹੋਏ। ਅਨ ਦਿਨੋਂ ਪ੍ਰਭੂ ਪ੍ਰਭ ਧਿਆਵੋ ਨਾਮ ਕਾ ਵਪਾਰ ਮਿੱਠਾ ਭਗਤ ਲਾਹਾ। ਅਣ ਦਿਨੋਂ ਨਿਤ ਪ੍ਰਤੀ ਹਰ ਰੋਜ਼ ਹਰ ਵੇਲੇ ਭਗਤੀ ਦੇ ਵਿੱਚ ਰੰਗਿਆ ਮਨ ਅਤੇ ਤਨ ਸਾਧ ਸੰਗਤ ਜੀ ਨਿਰਮਲ ਹੋ ਜਾਂਦਾ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਕਿ ਹੇ ਮੇਰੀ ਪਿਆਰੀ ਜਿੰਦੇ, ਹਰ ਰੋਜ਼ ਉਸ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ। ਅੰਤ ਛਡਾਏ ਸੋਏ, ਆਖਰ ਦੁੱਖਾਂ ਦੇ ਵਿੱਚੋਂ ਉਹੀ ਬਚਾਉਂਦਾ ਹੈ। ਉਹ ਮਾਲਕ ਕਿਰਪਾ ਰਹਿਮਤ ਬਖਸ਼ਿਸ਼ ਕਰਦਾ ਹੈ। ਅੰਤ ਕਹਿੰਦੇ ਨੇ ਅਖੀਰ ਦੇ ਵੇਲੇ, ਜਦੋਂ ਸਵਾਸਾ ਰੂਪੀ ਪੂੰਜੀ ਖਤਮ ਹੋ ਜਾਂਦੀ ਹੈ ਨਾ, ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਤੋਂ ਸੱਦਾ ਆ ਜਾਂਦਾ ਹੈ। ਕਿਉਂਕਿ ਘੱਲੇ ਆਵੇ ਨਾਨਕਾ ਸੱਦੈ ਉੱਠੀ ਜਾਹੇ। ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ। ਘੱਲੇ ਆਵੇ ਨਾਨਕਾ ਸੱਦੈ ਉੱਠੀ ਜਾਹੇ। ਕਿਉਂਕਿ ਜਦੋਂ ਸੱਦਾ ਆ ਗਿਆ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਨੂੰ, ਤਾਂ ਉਦੋਂ ਫਿਰ ਸਵਾਸਾਂ ਰੂਪੀ ਪੂੰਜੀ ਨੂੰ, ਇਸ ਝੂਠੇ ਸਰੀਰ ਦੇ ਭਾਂਡੇ ਨੂੰ ਛੱਡ ਕੇ ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪਰਮਾਤਮਾ ਦੇ ਕੋਲੇ ਆਤਮਾ ਨੇ ਚਲੀ ਜਾਣਾ ਹੈ। ਅਤੇ ਅਖੀਰ ਦੇ ਵਿੱਚ ਦੁੱਖਾਂ 'ਚੋਂ ਉਹੀ ਜਿਹੜਾ ਸਿਮਰਨ ਆ ਉਹੀ ਬਚਾਉਂਦਾ ਹੈ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਮੇਰੀ ਕਾਮਣੀ ਤੋਂ ਭਾਵ ਹੈ ਮੇਰੀ ਜਿੰਦੇ, ਧਿਆਨ ਨਾਲ ਸੁਣ। ਉਸ ਮਾਲਕ ਦਾ ਆਸਰਾ ਲਿਆ ਹੀ ਦੁੱਖਾਂ ਦੇ ਸਮੁੰਦਰ ਵਿੱਚੋਂ ਪਾਰ ਲੰਘ ਸਕੀਦਾ ਹੈ। ਕਿਸ ਦਾ ਆਸਰਾ ਲਿਆ? ਉਸ ਮਾਲਕ ਦਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਲਿਆ ਹੀ ਦੁੱਖਾਂ ਦੇ ਸਮੁੰਦਰ ਦੇ ਵਿੱਚੋਂ ਪਾਰ ਲੰਘ ਸਕੀਦਾ ਹੈ। ਦਇਆਲ ਤੇਰੇ ਨਾਮ ਤਰਾਂ ਸਤਿਗੁਰ ਬਾਨੈ ਜਾਉ ਰਹਾਉ। ਦਇਆਲ ਤੇਰੇ ਨਾਮ ਤਰਾਂ, ਦਇਆਲ ਹੈ ਦਇਆ ਦੇ ਕਰ।
ਨਾਮ ਦੇ ਰਾਹੀਂ ਤਰਾਂ ਤਰ ਸਕਦਾ ਹਾਂ, ਪਾਰ ਲੰਘ ਸਕਦਾ ਹਾਂ। ਹੇ ਦਇਆਲ ਪ੍ਰਭੂ ਮਿਹਰ ਕਰ, ਰਹਿਮਤ ਬਖਸ਼ਿਸ਼ ਕਰ, ਆਪਣਾ ਨਾਮ ਦੇ, ਤਾਂ ਕਿ ਤੇਰੇ ਨਾਮ ਦੇ ਰਾਹੀਂ ਮੈਂ ਦੁੱਖਾਂ ਦੇ ਇਸ ਸਮੁੰਦਰ ਦੇ ਵਿੱਚੋਂ ਪਾਰ ਲੰਘ ਸਕਾਂ। ਦੁੱਖਾਂ ਦੇ ਇਸ ਸਮੁੰਦਰ ਦੇ ਵਿੱਚੋਂ ਮੈਂ ਪਾਰ ਲੰਘ ਸਕਾਂ, ਜੇ ਤੂੰ ਆਪ ਕਿਰਪਾ ਕਰੇ। ਸਦ ਕੁਰਬਾਨੇ ਜਾਉ ਰਹਾਉ, ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਇੱਥੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਵਾਰ ਫਿਰ ਠਹਿਰਾਓ ਭਾਵ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਹਨ। ਸਰਬੰ ਸਾਚਾ ਏਕ ਹੈ, ਦੂਜਾ ਨਾਹੀ ਕੋਏ। ਸਰਬੰਗ ਸਾਚਾ ਏਕ ਹੈ, ਦੂਜਾ ਨਾਹੀ ਕੋਏ। ਸਰਬੰਗ ਕਹਿੰਦੇ ਨੇ ਹਰ ਥਾਂ, ਸਾਚਾ ਸਦਾ ਕਾਇਮ ਰਹਿਣ ਵਾਲਾ। ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ। ਤਾਂ ਕਿ ਸੇਵਾ ਸੋ ਕਰੇ, ਜਾਂ ਕੋ ਨਦਰ ਕਰੇ। ਤਾਂ ਕਿ ਸੇਵਾ ਸੋ ਕਰੈ, ਜਾਂ ਕੋ ਨਦਰ ਕਰੇ। ਕੋ ਕਹਿੰਦੇ ਨੇ ਨੂੰਹ ਨੂੰ, ਨਦਰ ਮਿਹਰ ਦੀ ਨਜ਼ਰ ਕਰੇ, ਕਰਦਾ ਹੈ। ਜਿਸ ਜੀਵ ਦੇ ਉੱਪਰ ਉਹ ਮਿਹਰ ਦੀ ਨਿਗਾਹ ਕਰਦਾ ਹੈ, ਉਹ ਉਸ ਦਾ ਸਿਮਰਨ ਕਰਦਾ ਹੈ। ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਫਤ ਸਲਾਹ ਕੌਣ ਕਰਦਾ ਏ? ਜਿਸ ਜੀਵ ਦੇ ਉੱਤੇ ਉਹ ਆਪ ਮਿਹਰ ਦੀ ਨਿਗਾਹ ਕਰਦਾ ਹੈ, ਉਹੀ ਉਸ ਦਾ ਸਿਮਰਨ ਕਰਦਾ ਹੈ, ਉਹੀ ਉਸ ਦੀ ਭਜਨ ਬੰਦਗੀ ਸਿਫਤ ਸਲਾਹ ਕਰਦਾ ਹੈ। ਤੁਧ ਬਾਜ ਪਿਆਰੇ ਕੇਵ ਰਹਾਂ, ਤੁਧ ਬਾਜ ਪਿਆਰੇ ਕੇਵ ਰਹਾਂ। ਕਿਵੇਂ ਰਹਿ ਸਕਦਾ ਹਾਂ? ਮੈਂ ਵਿਆਕੁਲ ਹੋ ਜਾਂਦਾ ਹਾਂ। ਹੇ ਪਿਆਰੇ ਪ੍ਰਭੂ, ਤੇਰੀ ਯਾਦ ਤੋਂ ਬਿਨਾ ਮੈਂ ਵਿਆਕੁਲ ਹੋ ਜਾਂਦਾ ਹਾਂ। ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਬਖਸ਼ਿਸ਼ ਤੋਂ ਬਗੈਰ ਮੈਂ ਵਿਆਕੁਲ ਹੋ ਜਾਂਦਾ ਹਾਂ, ਜਦੋਂ ਮੈਨੂੰ ਤੇਰੀ ਯਾਦ ਨਹੀਂ ਆਉਂਦੀ। ਇਸ ਕਰਕੇ ਸਾ ਵਡਿਆਈ ਦੇਹ, ਜਿਤ ਨਾਮ ਤੇਰੇ ਲਾਗ ਰਹਾਂ। ਸਾ ਕਹਿੰਦੇ ਨੇ ਜਿੱਤ ਦੇ ਰਾਹੀਂ, ਜਿੱਤ ਜਿਸ ਦੇ ਰਾਹੀਂ ਮੈਨੂੰ ਕੋਈ ਉਹ ਵੱਡੀ ਦਾਤ ਦੇ, ਜਿਸ ਦਾ ਸਦਕਾ ਮੈਂ ਤੇਰੇ ਨਾਮ ਦੇ ਵਿੱਚ ਜੁੜਿਆ ਰਵਾਂ। ਹੇ ਪਿਆਰੇ ਪ੍ਰਭੂ, ਮੈਂ ਤੇਰੀ ਯਾਦ ਤੋਂ ਬਗੈਰ, ਤੇਰੀ ਭਜਨ ਬੰਦਗੀ ਸਿਫਤ ਸਲਾਹ ਤੋਂ ਬਗੈਰ ਵਿਆਕੁਲ ਹੋ ਜਾਂਦਾ ਹਾਂ। ਇਸ ਕਰਕੇ ਕੋਈ ਮੈਨੂੰ ਉਹ ਵੱਡੀ ਦਾਤ ਦੇ, ਜਿਸ ਦਾ ਸਦਕਾ ਮੈਂ ਤੇਰੇ ਨਾਮ ਦੇ ਵਿੱਚ ਜੁੜਿਆ ਰਹਾਂ। ਦੂਜਾ ਨਾਹੀ ਕੋਏ, ਜਿਸ ਆਗੇ ਪਿਆਰੇ ਜਾਏ ਕਹਾਂ ਰਹਾਉ। ਦੂਜਾ ਨਾਹੀ ਕੋਏ, ਜਿਸ ਆਗੇ ਪਿਆਰੇ ਜਾਏ ਕਹਾਂ ਰਹਾਉ। ਇੱਥੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਵਾਰ ਫਿਰ ਠਹਿਰਾਓ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਨੇ। ਦੂਜਾ ਨਾਹੀ ਕੋਏ, ਜਿਸ ਆਗੇ ਪਿਆਰੇ ਜਾਏ ਕਹਾਂ। ਭਾਵ ਹੇ ਪਿਆਰੇ, ਹੇ ਮਾਲਕ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੈਥੋਂ ਬਿਨਾ ਹੋਰ ਐਸਾ ਕੋਈ ਨਹੀਂ ਹੈ, ਜਿਸ ਪਾਸ ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ, ਜਿਸ ਪਾਸ ਜਾ ਕੇ ਮੈਂ ਇਹ ਬੇਨਤੀ ਕਰ ਸਕਾਂ। ਇੱਥੇ ਪਾਤਸ਼ਾਹ ਰਹਾਉ ਭਾਵ ਵਿਸ਼ਰਾਮ ਦੇ ਕੇ, ਠਹਿਰਾਓ ਦੇ ਕੇ ਬਖਸ਼ਿਸ਼ ਕਰ ਰਹੇ ਹਨ। ਸੇਵੀ ਸਾਹਿਬ ਆਪਣਾ, ਅਵਰ ਨ ਜਾਚੋ ਕੋਏ। ਸੇਵੀ ਸਾਹਿਬ ਆਪਣਾ, ਅਵਰ ਨ ਜਾਂਚੋ ਕੋਈ। ਸੇਵੀ ਤੋਂ ਭਾਵ ਮੈਂ ਸੇਵਦਾ ਹਾਂ, ਜਾਂਚੋ ਮੈਂ ਮੰਗਦਾ ਹਾਂ। ਦੁੱਖਾਂ ਦੇ ਇਸ ਸਾਗਰ ਵਿੱਚੋਂ ਤਰਨ ਲਈ ਮੈਂ ਆਪਣੇ ਮਾਲਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ। ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ। ਨਾਨਕ ਤਾਂ ਕਾ ਦਾਸ ਹੈ, ਬਿੰਦ ਬਿੰਦ ਚੁਖ ਚੁਖ ਹੋਏ। ਨਾਨਕ ਤਾਂ ਕਾ ਦਾਸ ਹੈ, ਬਿੰਦ ਬਿੰਦ ਚੁਖ ਚੁਖ ਹੋਏ।
ਬਿੰਦ ਬਿੰਦ ਕਹਿੰਦੇ ਨੇ ਖਿੰਨ ਖਿੰਨ ਨੂੰ, ਚੁੱਕ ਚੁੱਕ ਟੋਟੇ ਟੋਟੇ ਕੁਰਬਾਨ। ਨਾਨਕ ਆਪਣੇ ਉਸ ਮਾਲਕ ਦਾ ਹੀ ਸੇਵਕ ਹੈ, ਉਸ ਮਾਲਕ ਤੋਂ ਹੀ ਖਿੰਨ ਖਿੰਨ ਸਦਕੇ ਹੁੰਦਾ ਹੈ। ਸਾਹਿਬ ਤੇਰੇ ਨਾਮ ਵਿਟੋਂ ਬਿੰਦ ਬਿੰਦ ਚੁਖ ਚੁਖ ਹੋਏ ਰਹਾਉ। ਸਾਹਿਬ ਤੇਰੇ ਨਾਮ ਵਿਟੋਂ ਬਿੰਦ ਬਿੰਦ ਚੁਖ ਚੁਖ ਹੋਏ ਰਹਾਉ। ਵਿਟੋ ਕਹਿੰਦੇ ਨੇ ਤੂੰ ਸਾਹਿਬ ਹੈ, ਸਾਹਿਬ ਹੈ ਮੇਰੇ ਮਾਲਕ, ਮੈਂ ਤੇਰੇ ਨਾਮ ਤੋਂ ਖਿੰਨ ਖਿੰਨ ਕੁਰਬਾਨ ਜਾਂਦਾ ਹਾਂ। ਇੱਥੇ